ਧੰਨ ਵਾਹਿਗੁਰੂ ਸਾਹਿਬ ਜੀਓ। ਪੈ ਕਾਹੂ ਕੋ ਦੀਤਨੈ, ਨਹਿ ਪੈ ਮਾਨ ਧਿਆਨ। ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੀ ਬਖਾਨ। ਪੈ ਕਾਹੂ ਕੋ ਦੀਤਨੈ, ਨਹਿ ਪੈ ਮਾਨ ਧਿਆਨ। ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੀ ਬਖਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਲਮ ਜ਼ਿੰਦਗੀ ਦਾ ਬੜਾ ਖੂਬਸੂਰਤ ਦੋਸਤ ਹੈ। ਗਿਆਨ ਬਹੁਤ ਚੰਗਾ ਦੋਸਤ ਹੈ। ਗਿਆਨ ਜਦੋਂ ਵੀ ਮਨੁੱਖ ਦੀ ਝੋਲੀ ਵਿੱਚ ਕੋਈ ਦਾਤ ਪਾਉਂਦਾ ਹੈ, ਉਹ ਸੁਖਦਾਇਕ ਹੁੰਦੀ ਹੈ। ਇਸੇ ਕਾਰਨ ਕਰਕੇ ਸਤਿਗੁਰੂ ਨੇ ਵੀ ਜਦੋਂ ਸ਼ਬਦ ਰੂਪ ਦਾਤ ਬਖਸ਼ੀ ਤਾਂ ਅਸਲ ਵਿੱਚ ਉਹ ਗਿਆਨ ਹੀ ਹੁੰਦਾ ਹੈ। ਗੁਰੂ ਗਿਆਨ ਦਿੰਦਾ ਹੈ। ਅੰਮ੍ਰਿਤ ਬਾਣੀ ਦਾ ਬਚਨ ਵੀ ਪੜ੍ਹਦੇ ਹੋ। ਸਤਿਗੁਰ ਵਿਟੋਂ ਵਾਰਿਆ, ਜਿਤ ਮਿਲਿਆ ਖਸਮ ਸੰਭਾਲਿਆ। ਜਿਨ ਕਰ ਉਪਦੇਸ਼ ਗਿਆਨ ਅੰਜਨ ਦਿਆ, ਇਨੀ ਨੇਤਰੀ ਜਗਤ ਨਿਹਾਲਿਆ। ਖਸਮ ਛੋੜ ਦੂਜੇ ਲੱਗੇ, ਡੋਬੇ ਸੇ ਬਣਜਾਰਿਆ। ਸਤਿਗੁਰੂ ਹੈ ਮੋਹਿਤਾ, ਵਿਰਲੇ ਕਿਨੇ ਵਿਚਾਰਿਆ। ਕਰ ਕਿਰਪਾ ਪਾਰ ਉਤਾਰਿਆ। ਗੁਰੂ ਨੇ ਗਿਆਨ ਦਿੱਤਾ, ਸੰਸਾਰ ਨੂੰ ਵੇਖਣ ਦਾ ਨਜ਼ਰੀਏ ਬਦਲ ਗਿਆ। ਪਤਾ ਲੱਗ ਗਿਆ ਖਸਮ ਛੋੜ ਦੂਜੇ ਲੱਗੇ, ਡੋਬੇ ਸੇ ਬਣਜਾਰਿਆ। ਇੱਕ ਬਚਨ ਹੋਰ ਧਿਆਨ ਵਿੱਚ ਰੱਖਿਓ। ਸਾਹਿਬ ਜੀ ਆਖਦੇ ਨੇ, ਗਿਆਨ ਅੰਜਨ ਜਾ ਕੇ ਨੇਤਰੀ ਪੜਿਆ, ਤਾਂ ਕੋ ਸਰਬ ਪਰਗਾਸਾ। ਅਗਿਆਨ ਅੰਧੇਰੇ ਸੂਝ ਸਨਾਹੀ, ਬਹੁਤ ਬਹੁਤ ਪ੍ਰਮਾਤਾ। ਰਵਿਦਾਸ ਜੀ ਦਾ ਇੱਕ ਪਾਵਨ ਬਚਨ ਹੈ। ਕਹਿੰਦੇ ਭਰਮ ਦੀ ਅਤੇ ਡਰ ਦੀ ਬੜੀ ਨੇੜਤਾ ਹੈ, ਬੜੀ ਨੇੜਤਾ ਹੈ। ਜਦੋਂ ਤੱਕ ਭਰਮ ਹੈ, ਉਦੋਂ ਤੱਕ ਡਰ ਬਰਕਰਾਰ ਰਹਿੰਦਾ ਹੈ। ਗੁਰੂ ਏਡਾ ਦਿਆਨਤਦਾਰ ਹੈ। ਗੁਰੂ ਸਾਡੇ ਜੀਵਨ ਵਿੱਚ ਭਰਮ ਨਹੀਂ ਰਹਿਣ ਦਿੰਦਾ। ਅੰਮ੍ਰਿਤ ਬਾਣੀ ਦਾ ਬਚਨ ਪੜ੍ਹੀਏ। ਰਾਜ ਭੁਯੰਗ ਪ੍ਰਸੰਗ ਜੈਸੇ ਹੈ। ਰਾਜ ਦਾ ਮਤਲਬ ਹੈ ਭੇਦ। ਦੁਨੀਆ ਦੇ ਅੰਦਰ ਜਿਵੇਂ ਰੱਸੀ ਅਤੇ ਸੱਪ ਦਾ ਇੱਕ ਡਰ ਹੈ। ਇਹ ਕਹਾਣੀ ਬੜੇ ਲੰਬੇ ਸਮੇਂ ਦੀ। ਕਈ ਵਾਰੀ ਮਨੁੱਖ ਤੁਰਿਆ ਜਾਂਦਾ, ਰੱਸੀ ਪਈ ਨੂੰ ਸੱਪ ਵੇਖ ਕੇ ਡਰ ਜਾਂਦਾ ਹੈ। ਯਾਦ ਰੱਖਿਓ, ਚਾਨਣ ਹੋ ਗਿਆ ਤੇ ਭਰਮ ਮਿਟ ਗਿਆ। ਪਤਾ ਲੱਗ ਗਿਆ ਵੀ ਰੱਸੀ ਪਈ ਹੈ, ਫਿਰ ਨਹੀਂ ਡਰਦਾ। ਡਰਦਾ ਹੀ ਉਹਨਾਂ ਚਿਰ ਜਿੰਨਾ ਚਿਰ ਭਰਮ ਹੋਵੇ। ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ। ਮਰਮ ਦਾ ਅਰਥ ਹੁੰਦਾ ਭੇਦ। ਮੈਨੂੰ ਹੁਣ ਭੇਦ ਪਤਾ ਲੱਗ ਗਿਆ। ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ। ਅੰਕ ਕਟਕ ਜੈਸੇ ਭੂਲ ਪਰੇ, ਅਬ ਕਹਿ ਕੇ ਕਹਿਣ ਨਾ ਆਇਆ। ਕਹਿੰਦੇ ਮੈਂ ਐਵੇਂ ਡਰੀ ਜਾਂਦਾ ਸਾਂ, ਇਹ ਤਾਂ ਸਾਰੇ ਗਹਿਣੇ ਨੇ, ਅਸਲ ਵਿੱਚ ਤਾਂ ਮਾਲਕ ਸੋਨਾ ਹੈ, ਰੱਬ ਹੈ। ਮੈਂ ਕਾਹਦੇ ਲਈ ਡਰਾਂ? ਡਰ ਉਹਨਾਂ ਚਿਰ ਹੀ ਹੈ ਪਿਆਰ ਵਾਲੇ, ਜਿੰਨਾ ਚਿਰ ਭਰਮ ਹੈ। ਧਰਜੀਆ ਰੇਕ ਟੇਕ ਤੋਂ ਲਾਹੇ ਬਿਡਾਨੀ ਆਸ, ਨਾਨਕ ਨਾਮ ਧਿਆਇਐ ਕਾਰਜ ਆਵੇ ਰਾਸ। ਕਹਿੰਦੇ ਜਿਨ੍ਹਾਂ ਦੇ ਮਨਾਂ ਵਿੱਚ ਇੱਕ ਨਿਰੰਕਾਰ ਦੀ ਟੇਕ ਬਣ ਗਈ, ਉਹਨਾਂ ਦੇ ਕਾਰਜ ਕਦੇ ਵਿਗੜਦੇ ਨਹੀਂ ਤੇ ਉਹਨੂੰ ਡਰ ਵੀ ਕੋਈ ਨਹੀਂ ਹੁੰਦਾ। ਸੋ ਕਤ ਡਰੇ ਜੇ ਖਸਮ ਸੰਭਾਲੇ। ਡਰ ਡਰ ਪੱਚੇ ਮਨਮੁਖ ਜਾਰੇ। ਕਹਿੰਦੇ ਮਨਮੁਖ ਬੰਦਾ ਡਰਦਾ, ਉਹ ਕਦੇ ਨਹੀਂ ਡਰੇਗਾ ਜਿਹਦੇ ਅੰਦਰ ਰੱਬ ਦੀ ਪਿਆਰ ਦੀ ਬਾਤ ਹੈ,
ਜਿਹਨੇ ਮਾਲਕ ਨੂੰ ਸੰਭਾਲਿਆ, ਜਿਹਨੇ ਮਾਲਕ ਨੂੰ ਚੇਤਾ ਕੀਤਾ, ਉਹਦੇ ਮਨ ਵਿੱਚ ਕੋਈ ਡਰ ਨਹੀਂ। ਸੋ ਡਰੇ ਜੇ ਪਾਪ ਕਮਾਉਣ ਦਾ ਧਰਮੀ ਵਿਕਸੇਤ। ਤੂੰ ਸੱਚਾ ਆਪ ਨਿਆਉ ਸੱਚ ਤਾਂ ਡਰੀਏ ਕੇਤ। ਕਹਿੰਦੇ ਉਸ ਮਨੁੱਖ ਨੂੰ ਕਾਹਦਾ ਡਰ ਹੈ ਜਿਹਨੂੰ ਇਸ ਗੱਲ ਦਾ ਗਿਆਨ ਆ ਗਿਆ, ਮਾਲਕ ਜੀ, ਪਰਮੇਸ਼ਰ ਜੀ, ਤੂੰ ਆਪ ਹੀ ਸਾਰਾ ਕੁਝ ਕਰਨ ਵਾਲਾ ਹੈ। ਉਹ ਬੰਦਾ ਡਰਦਾ ਜਿਹੜਾ ਪਾਪ ਕਮਾਉਂਦਾ ਹੈ, ਜਿਹੜਾ ਜੀਵਨ ਵਿੱਚ ਸੱਚ ਵਰਤਦਾ ਹੈ। ਗੁਰੂ ਉਹਨੂੰ ਬੁਰੇ ਕਰਮ ਕਰਨ ਹੀ ਨਹੀਂ ਦਿੰਦਾ, ਕਿਉਂਕਿ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿਤੇ ਮੈਨੂੰ ਲੈ ਛਡਾਈ। ਡਰਦੇ ਉਹਨਾਂ ਚਿਰ ਹੀ ਹੈ। ਤਿੰਨ ਗੱਲਾਂ ਦਾ ਡਰ ਹਮੇਸ਼ਾ ਜ਼ਿੰਦਗੀ 'ਚ ਬਣਿਆ ਰਹਿੰਦਾ ਹੈ। ਤਿੰਨ ਗੱਲਾਂ ਦਾ ਬਹੁਤ ਡਰ ਹੁੰਦਾ ਹੈ ਮਨੁੱਖ ਦੇ ਜੀਵਨ ਵਿੱਚ। ਨੰਬਰ 1, ਸਭ ਤੋਂ ਪਹਿਲਾ ਡਰ, ਸਭ ਤੋਂ ਪਹਿਲਾ ਡਰ ਮਨੁੱਖ ਦੇ ਜੀਵਨ ਵਿੱਚ ਮੌਤ ਦਾ ਹੈ। ਪਰ ਜਦੋਂ ਕਿਸੇ ਗੁਰੂ ਚਰਨਾਂ ਵਿੱਚ ਜੁੜ ਗਿਆ, ਉਦੋਂ ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ। ਤੂੰ ਸਰਬ ਜੀਆਂ ਪ੍ਰਤਪਾਲਗੀ ਲੇਖੇ ਸ਼ਾਸਤਰ ਆਸ। ਮੌਤ ਦਾ ਡਰ ਨਹੀਂ ਰਹਿ ਜਾਂਦਾ ਉਸ ਮਨੁੱਖ ਦੇ ਜੀਵਨ ਵਿੱਚ। ਸਾਰਾ ਡਰ ਉਹਦੇ ਜੀਵਨ ਵਿੱਚੋਂ ਖਤਮ ਹੋ ਜਾਂਦਾ ਹੈ। ਦੂਜੀ ਗੱਲ, ਇਹਨੂੰ ਵੀ ਤਵੱਜੋ ਦੇ ਕੇ ਸਮਝਿਓ। ਦੂਜਾ ਡਰ ਮਨੁੱਖ ਦੇ ਜੀਵਨ ਵਿੱਚ ਮਾੜੇ ਕਰਮਾਂ ਦਾ ਹੈ। ਉਹਨੂੰ ਹਰ ਵਕਤ ਹੀ ਇਹ ਡਰ ਬਣਿਆ ਰਹਿੰਦਾ ਹੈ ਕਿ ਜਿਹੜੇ ਮੈਂ ਕਰਮ ਕੀਤੇ ਨੇ ਉਹਦਾ ਕਿਤੇ ਬਾਅਦ ਨਾ ਉੱਪੜ ਜਾਏ। ਤਦ ਕਿ ਮਨੁੱਖ ਉਹਨਾਂ ਬੰਦਿਆਂ ਨੂੰ ਵੀ ਡਰਾਉਂਦਾ ਹੈ ਜਿਹੜੇ ਬੰਦੇ ਮੇਰੀਆਂ ਕਮਜ਼ੋਰੀਆਂ ਜਾਣਦੇ ਨੇ। ਅੱਗੇ ਜਾ ਕੇ ਆਪਾਂ ਗੱਲ ਕਰਾਂਗੇ। ਉਹਨਾਂ ਨੂੰ ਤਾਂ ਹੀ ਡਰਾਉਂਦਾ ਹੈ ਜਿਨ੍ਹਾਂ ਦੇ ਜਿਹੜੇ ਮੇਰੀਆਂ ਕਮਜ਼ੋਰੀਆਂ ਜਾਣਦੇ ਨੇ। ਜੇ ਮੇਰੇ ਵਿੱਚ ਹੀ ਕਮਜ਼ੋਰੀ ਨਹੀਂ, ਨਾ ਮੈਂ ਡਰਦਾ ਨਾ ਮੈਂ ਡਰਾਉਂਦਾ। ਇਹ ਗੱਲਾਂ ਦੋਵੇਂ ਤਾਂ ਆ ਸਕਦੀਆਂ ਨੇ ਜੇ ਮੈਨੂੰ ਇਹ ਭਾਵਨਾ ਪਤਾ ਹੋਵੇ, ਪਿਆਰ ਪਤਾ ਹੋਵੇ। ਦੂਜਾ ਡਰ ਹੈ ਮਨੁੱਖ ਦੇ ਜੀਵਨ ਵਿੱਚ ਕਮਜ਼ੋਰੀਆਂ ਦਾ। ਸਹਿ ਭਗਤੇ ਨੇ ਕਹਿੰਦੇ ਧਰਮੀ ਬੰਦਾ ਉਹ ਤਾਂ ਵਿਕਸਿਤ ਹੈ, ਉਹ ਤਾਂ ਵਿਕਸਦਾ ਹੈ, ਉਹ ਤਾਂ ਖੇੜੇ ਵਿੱਚ ਰਹਿੰਦਾ ਹੈ, ਕਿਉਂਕਿ ਉਹਦੇ ਕੋਲ ਉਹਨੇ ਕੋਈ ਕੰਮ ਹੀ ਨਹੀਂ ਇਹੋ ਜਿਹਾ ਕੀਤਾ। ਉਹਨੂੰ ਪਤਾ ਇਸ ਗੱਲ ਦਾ। ਤੀਜਾ ਡਰ ਮਨੁੱਖ ਦੇ ਜੀਵਨ ਵਿੱਚ ਬਹੁਤ ਵੱਡਾ ਇਕਾਂਤ ਦਾ ਹੁੰਦਾ ਹੈ। ਜਦੋਂ ਵੀ ਕਦੇ ਬੰਦਾ ਇਕੱਲਾ ਹੁੰਦਾ ਹੈ ਉਦੋਂ ਡਰਦਾ ਹੈ। ਮੈਂ ਬੇਨਤੀ ਕਰਾਂ, ਤੁਸੀਂ ਕਦੇ ਝਾਤ ਮਾਰ ਕੇ ਦੇਖਿਓ, ਉਹੀ ਘਰ ਹੁੰਦਾ ਹੈ ਜਿਹਦੀ ਇੱਟ ਤੋਂ ਅਸੀਂ ਵਾਕਫ ਹੈ, ਜਿਹਦੇ ਕੋਨੇ ਕੋਨੇ ਤੋਂ ਅਸੀਂ ਵਾਕਫ ਹੈ। ਜਦੋਂ ਸਾਰਾ ਪਰਿਵਾਰ ਘਰੇ ਹੋਵੇ, ਘਰ ਹੋਵੇ ਤੇ ਉਸੇ ਘਰ ਵਿੱਚ ਆਨੰਦ ਹੁੰਦਾ ਹੈ। ਉਹੀ ਘਰ ਆਪਣਾ ਜੇ ਮੈਨੂੰ ਇਕੱਲੇ ਨੂੰ ਰਹਿਣਾ ਪਵੇ ਤਾਂ ਮੈਨੂੰ ਨਿੱਕਾ ਨਿੱਕਾ ਖੜਾਕ ਵੀ ਉਹ ਲੱਗੇਗਾ, ਪਤਾ ਨਹੀਂ ਕੋਈ ਆ ਗਿਆ ਘਰ ਕੀ, ਕਿਉਂਕਿ ਮੈਂ ਇਕੱਲਾ ਇਕਾਂਤ ਹੈ। ਜਦੋਂ ਗੁਰੂ ਨੇ ਗਿਆਨ ਦਿੱਤਾ ਤੇ ਇਹ ਵੀ ਅਹਿਸਾਸ ਹੋ ਗਿਆ ਉਹ ਮਾਲਕ ਮੇਰੇ ਨਾਲ ਹੈ, ਉਹ ਮਾਲਕ ਮੇਰੇ ਨਾਲ ਹੈ। ਅੰਮ੍ਰਿਤ ਬਾਣੀ ਦਾ ਬਚਨ ਹੈ, ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਬਾਹਰ ਨਾ ਸਕੇ ਕੋਈ। ਸਾਹਿਬ ਕੀ ਸੇਵਕ ਰਹਿ ਸ਼ਰਨਾਈ, ਆਪੇ ਬਖਸ਼ੇ ਦੇ ਵਡਿਆਈ। ਇਸ ਦੇ ਉੱਪਰ ਨਹੀਂ ਕੋਏ, ਕੌਣ ਡਰੇ ਡਰ ਕਿਸਕਾ ਹੋਏ। ਫਿਰ ਕਿਸ ਗੱਲ ਦਾ ਡਰ ਹੈ ਜੇ ਜੀਵਨ ਵਿੱਚ ਦਾਤ ਆ ਗਈ। ਭਾਈ ਗੁਰਦਾਸ ਜੀ ਦਾ ਇੱਕ ਬਚਨ ਹੈ, ਇੱਕ ਪਲ ਮੈਂ ਤੁਹਾਡਾ ਲੈਣਾ, ਫਿਰ ਮੈਂ ਅੱਗੇ ਗੱਲ ਕਰੂੰਗਾ। ਮੈਂ ਮਾਫੀ ਵੀ ਮੰਗਣਾ ਤੁਹਾਡੇ ਕੋਲੋਂ, ਕਿਉਂਕਿ ਸੱਚ ਹਕੀਕਤ ਆਪਾਂ ਨੂੰ ਸਾਹਮਣਾ ਕਰਨਾ ਚਾਹੀਦਾ। ਐਸੀਆਂ ਤਾਂ ਬਹੁਤ ਗੱਲਾਂ ਚੱਲਦੀਆਂ ਨੇ, 5 ਲੱਖ 10 ਲੱਖ 20 ਲੱਖ ਮੂਲ ਮੰਤਰ ਦਾ ਪਾਠ ਹੋਇਆ, ਮੁਬਾਰਕ, ਬੜੀ ਵਧੀਆ ਗੱਲ। ਪਰ ਮੈਂ ਬੇਨਤੀ ਕਰਾਂ, ਮੂਲ ਮੰਤਰ ਸਜਣਾ ਤਾਂ ਜਪਣਾ ਸੀ ਜੇ ਕਿਤੇ ਅੰਦਰ ਉਹ ਗੁਣ ਟਿਕ ਜਾਂਦੇ ਮਾਲਕ ਦੇ। ਦੁੱਖ ਕਲੇਸ਼ ਨਾ ਭਉ ਵਿਆਪੈ, ਭਉ ਦਾ ਮਤਲਬ ਡਰ। ਦੁੱਖ ਕਲੇਸ਼ ਨਾ ਭਉ ਵਿਆਪੈ, ਗੁਰ ਮੰਤਰ ਹਿਰਦੇ ਹੋਏ। ਜੇ ਕਿਤੇ ਗੁਰੂ ਦਾ ਮੰਤਰ ਹਿਰਦੇ ਵਿੱਚ ਹੁੰਦਾ ਨਾ ਤੇ ਭਉ ਡਰ ਕੋਈ ਰਹਿਣਾ ਨਹੀਂ ਸੀ ਜੀਵਨ ਵਿੱਚ। ਜੇ ਅਸੀਂ ਡਰਦੇ ਹਾਂ ਨਾ ਤਾਂ ਸਮਝ ਲਓ ਮੈਂ ਵੀ ਉਹਨਾਂ ਚੋਂ ਹੀ ਹੈ। ਸਾਡੀ ਜ਼ੁਬਾਨ ਤੇ ਨੇ ਧਰਮ ਦੀਆਂ ਗੱਲਾਂ, ਸਾਡੇ ਇਮਾਨ ਵਿੱਚ ਨਹੀਂ ਧਰਮ ਦੀਆਂ ਗੱਲਾਂ, ਸਾਡੇ ਜੀਵਨ ਵਿੱਚ ਧਰਮ ਦੀਆਂ ਗੱਲਾਂ। ਸਾਨੂੰ ਵਿਸ਼ਵਾਸ ਨਹੀਂ ਹੈ, ਸਾਨੂੰ ਯਕੀਨ ਨਹੀਂ ਹੈ। ਭਾਈ ਗੁਰਦਾਸ ਜੀ ਦਾ ਇੱਕ ਬੋਲ ਕਹਿਣ ਲੱਗਾ ਸੀ। ਭਾਈ ਗੁਰਦਾਸ ਜੀ ਆਖਦੇ ਕਹਿੰਦੇ ਜਾਪ ਮੈਂ ਵੀ ਕੀਤਾ ਹੈ, ਫਰਕ ਸਿਰਫ ਇੰਨਾ ਹੈ
ਜਾਪ ਦੇ ਵਿੱਚ ਜਿਹੜੇ ਗੁਣ ਦੱਸੇ ਸਨ ਉਹ ਮੇਰੇ ਜੀਵਨ ਵਿੱਚ ਆ ਗਏ। ਚਿੰਤਾ ਮਨ ਚਿਤਵਤ ਚਿੰਤਾ ਚਿੱਤ ਤੇ ਚੁਰਾਈ, ਅਜੋਨੀ ਅਰਾਧੇ ਜੋਨ ਸੰਕਟ ਕਟਾਈ। ਜਪਤ ਅਕਾਲ ਕਾਲ ਕੰਟਕ ਕਲੇਸ਼ ਨਾਸੇ, ਨਿਰਭਉ ਭਜਨ ਪਰਮ ਪੈਦਲ ਭਜਾਏ ਹੈ। ਕਹਿੰਦੇ ਇਹ ਗੁਣ ਮੇਰੇ ਜੀਵਨ ਵਿੱਚ ਆ ਗਏ। ਜਦੋਂ ਦਾ ਮੈਂ ਅਕਾਲ ਨੂੰ ਪੂਜਿਆ, ਮੈਨੂੰ ਕਾਲ ਦਾ ਡਰ ਨਹੀਂ ਰਹਿ ਗਿਆ। ਜਦੋਂ ਦਾ ਮੈਂ ਚਿੰਤਾ ਮਨ ਨੂੰ ਪੂਜਿਆ, ਉਦੋਂ ਦਾ ਸੱਚ ਕਰਕੇ ਜਾਣੇ ਮੇਰੇ ਜੀਵਨ ਵਿੱਚ ਚਿੰਤਾ ਖਤਮ ਹੋ ਗਈ। ਸਿਮਰਤ ਨਾਥ ਨਿਰਵੈਰ ਵੈਰ ਭਾਉ ਤਿਆਗਿਓ, ਜਦੋਂ ਦਾ ਮੈਂ ਨਿਰਵੈਰ ਨੂੰ ਜਪਿਆ, ਉਦੋਂ ਦਾ ਮੇਰੇ ਜੀਵਨ ਵਿੱਚੋਂ ਵੈਰ ਹੀ ਖਤਮ ਹੋ ਗਿਆ। ਸਿਮਰਤ ਨਾਥ ਨਿਰਵੈਰ ਵੈਰ ਭਾਉ ਤਿਆਗਿਓ, ਭਾਗਿਓ ਭੇਦ ਖੇਡ ਨਿਰਭੇਦ ਗੁਣ ਗਾਏ ਹੈ। ਮੇਰੇ ਜੀਵਨ ਵਿੱਚੋਂ ਭਰਮ ਖਤਮ ਹੋ ਗਿਆ, ਭਾਉ ਭੱਜ ਗਿਆ। ਮੈਂ ਮਾਲਕ ਨਾਲ ਇੱਕਮਿਕ ਜੁੜ ਕੇ ਗੁਣ ਗਾ ਰਿਹਾ। ਅਕੁਲ ਅੰਚਲ ਗਏ ਕੁੱਲ ਨਾ ਵਿਚਾਰੇ ਕੋ, ਜਦੋਂ ਦਾ ਮੈਂ ਉਹਦੇ ਨਾਲ ਜੁੜਿਆ, ਜਿਹਦੀ ਕੁੱਲ ਹੀ ਕੋਈ ਨਹੀਂ ਤੇ ਮੇਰੀ ਵੀ ਕੁੱਲ ਨਹੀਂ, ਲੋਕ ਵਿਚਾਰਦੇ। ਅਕੁਲ ਅੰਚਲ ਗਏ ਕੁੱਲ ਨਾ ਵਿਚਾਰੇ ਕੋ, ਅਟਲ ਸ਼ਰਨ ਗਏ ਆਵਾਗਮਨ ਮਿਟਾਏ ਹੈ। ਕਹਿੰਦੇ ਉਹਦੀ ਅਟਲ ਦੀ ਸ਼ਰਨ ਵਿੱਚ ਪੈ ਕੇ ਮੇਰੇ ਵੀ ਜੀਵਨ ਚੋਂ ਭਟਕਣਾ ਖਤਮ ਹੋ ਗਿਆ। ਸੱਚ ਕਰਕੇ ਜਾਣੀ ਮੈਂ ਬੇਨਤੀ ਕਰਾਂ, ਗੁਰੂ ਤੇਗ ਬਹਾਦਰ ਸਾਹਿਬ ਦੇ ਇੱਕ ਇੱਕ ਸ਼ਲੋਕ ਵਿੱਚ ਐਡੀ ਵੱਡੀ ਕ੍ਰਾਂਤੀ ਪਈ ਹੈ। ਡਰ ਦੇ ਕਾਰਨ ਮਨੁੱਖ ਆਪਣੀ ਜ਼ਿੰਦਗੀ ਦੇ ਫੈਸਲੇ ਬਦਲ ਲੈਂਦਾ ਹੈ। ਡਰ ਦੇ ਕਾਰਨ ਮਨੁੱਖ ਆਪਣੀ ਜ਼ਿੰਦਗੀ ਨੂੰ ਉਸ ਮਾਲਕ ਦੇ ਚਰਨਾਂ ਵਿੱਚ ਜੋੜਨ ਤੋਂ ਵਾਂਝਾ ਰਹਿ ਜਾਂਦਾ ਹੈ। ਜਿਸ ਦਿਨ ਗੁਰੂ ਕੋਲ ਆਇਆ, ਅਸੀਂ ਗੁਰੂ ਕੋਲ ਕਾਹਦੇ ਵਾਸਤੇ ਆਉਂਦੇ? ਗੁਰੂ ਮੈਨੂੰ ਗਿਆਨ ਦਿੰਦਾ ਹੈ, ਗੁਰੂ ਮੈਨੂੰ ਜੀਵਨ ਦੀ ਜੁਗਤ ਦਿੰਦਾ ਹੈ। ਤੂੰ ਕਾਹਦੇ ਲਈ ਡਰਦਾ ਮਨਾ? ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ। ਪ੍ਰਤਪਾਲੇ ਨਿਤ ਸਾਰ ਸੰਭਾਲੇ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਤੂੰ ਹੀ ਗੁਣ ਨਹੀਂ ਜਾਣਦਾ, ਮਾਲਕ ਦਾ ਬਹੁਤ ਵੱਡਾ ਬੇਅੰਤ ਹੈ। ਤੈਨੂੰ ਯਕੀਨ ਕਿਉਂ ਨਹੀਂ ਹੁੰਦਾ? ਤਾਤੀ ਬਹੁ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ, ਚੋ ਗਿਰਦ ਹਮਾਰੇ ਰਾਮ ਕਾ ਦੁੱਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖ ਦੀਆ ਏਕਾ ਲਿਵਲਾਈ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਧ ਮਿਟਾਈ। ਕਹੋ ਨਾਨਕ ਕਿਰਪਾ ਪਈ, ਪ੍ਰਭ ਪਏ ਸਹਾਈ। ਇਤਿਹਾਸ ਦੇ ਪੰਨਿਆਂ ਤੋਂ ਗੁਰਬਾਣੀ ਦੀ ਵਿਆਖਿਆ ਮਿਲ ਜਾਂਦੀ ਹੈ। ਮੈਂ ਹਰ ਰੋਜ਼ ਇਤਿਹਾਸ ਤੁਹਾਡੇ ਨਾਲ ਤਾਂ ਹੀ ਸਾਂਝਾ ਕਰਨਾ ਹੈ। ਅਸਲ ਵਿੱਚ ਗੁਰੂ ਦੇ ਜਿਸਮਾਨੀ ਕਰਤੱਵ ਜਿਹੜੇ ਨੇ ਨਾ, ਉਹ ਇਤਿਹਾਸ ਕੋਲ ਨੇ। ਗੁਰੂ ਦੇ ਰੂਹਾਨੀ ਕਰਮ ਜਿਹੜੇ ਕਰਤੱਵ ਨੇ, ਉਹ ਗੁਰਬਾਣੀ ਵਿੱਚ ਨੇ। ਰੂਹਾਨੀ ਅਤੇ ਜਿਸਮਾਨੀ ਨੂੰ ਜਦੋਂ ਇਕੱਠਾ ਜੋੜ ਕੇ ਦੇਖਦੇ ਹਾਂ ਤਾਂ ਉਦੋਂ ਸਿੱਖੀ ਦੀ ਵਿਆਖਿਆ ਸਾਡੇ ਸਾਹਮਣੇ ਆ ਜਾਂਦੀ ਹੈ। ਬੇਨਤੀ ਕਰਨ ਲੱਗਾ ਸਭ ਗੁਰੂ ਤੇਗ ਬਹਾਦਰ ਸਾਹਿਬ ਜੀ ਆਖਦੇ ਨੇ, ਭੈ ਕਾਹੂ ਕੋ ਦੇਖਣਾ। ਧਰਮੀ ਬੰਦਾ ਕਦੇ ਕਿਸੇ ਨੂੰ ਡਰਾਉਂਦਾ ਨਹੀਂ, ਸਮਝਾਉਂਦਾ ਹੈ। ਹਾਲਾਂਕਿ ਧਰਮ ਦੀ ਦੁਨੀਆ 'ਚ ਵੀ ਬੜੇ ਭੈ ਪੈਦਾ ਕੀਤੇ ਹੋਏ ਸਨ। ਗੁਰਦੇਵ ਨੇ ਸਾਰੇ ਕੱਢ ਦਿੱਤੇ, ਡਰ ਹੀ ਉਹਨਾਂ 'ਚ ਹੈ। ਇਹ ਗੱਲ ਚੇਤਾ ਰੱਖਿਓ, ਮੈਂ ਬੇਨਤੀ ਕਰਨੀ ਚਾਹੁੰਦਾ, ਕੁਝ ਸ਼ਬਦ ਆਪਾਂ ਮਿਕਸ ਕਰ ਲਏ, ਕੁਝ ਸ਼ਬਦ ਆਪਾਂ ਮਿਕਸ ਕਰ ਲਏ। ਨੰਬਰ 1, ਅਸੀਂ ਭਰਮ ਨੂੰ ਸ਼ਰਧਾ ਕਹਿੰਦੇ ਹਾਂ। ਤੁਸੀਂ ਸ਼ਰਧਾ ਦੇ ਅਰਥ ਕਦੇ ਭਾਈ ਕਾਹਨ ਸਿੰਘ ਨਾਭਾ ਦੇ ਪੜ੍ਹੇ ਹੋਏ। ਸ਼ਰਧਾ ਦਾ ਅਰਥ ਹੈ ਯਕੀਨ। ਜਿਹੜੀ ਗੱਲ ਤੇ ਮੈਨੂੰ ਪੂਰਨ ਯਕੀਨ ਹੋ ਗਿਆ, ਉਹਦੇ ਤੇ ਮੁੜ ਕੇ ਵਿਸ਼ਵਾਸ ਬਣਾ ਲੈਣਾ, ਇਹ ਸ਼ਰਧਾ ਹੈ, ਨਾ ਕਿ ਭਰਮ ਸ਼ਰਧਾ ਹੈ। ਭਰਮ ਦਾ ਡਰ ਪੈਦਾ ਕਰਦਾ ਹੈ। ਜਦੋਂ ਵੀ ਗੁਰਮਤਿ ਦੀ ਹਕੀਕਤ ਸਾਨੂੰ ਸਮਝ ਲੱਗੇਗੀ, ਉਦੋਂ ਡਰ ਖਤਮ ਹੋਏਗਾ। ਉਹ ਕਦੇ ਨਹੀਂ ਮਨੁੱਖ ਡਰੇਗਾ। ਭੈ ਕਾਹੂ ਕੋ ਦੇਖਣੇ। ਤੇ ਸ਼ੇਖ ਸਾਦੀ ਨੂੰ ਕਿਸੇ ਨੇ ਬੈਠਣ ਪੁੱਛਿਆ, ਕਹਿੰਦੇ ਕਿ ਤੁਸੀਂ ਕਿਸੇ ਤੋਂ ਡਰਦੇ ਹੋ? ਕਹਿੰਦੇ ਕਿਸੇ ਤੋਂ ਸਿਰਫ ਇੱਕ ਬੰਦੇ ਤੋਂ ਡਰਦੇ। ਕਹਿੰਦੇ ਇੱਕ ਬੰਦੇ ਤੋਂ, ਬਾਕੀ ਕਿਸੇ ਤੋਂ ਵੀ ਨਹੀਂ। ਕਹਿੰਦੇ ਕਿਸੇ ਤੋਂ ਵੀ ਨਹੀਂ। ਕਹਿੰਦੇ ਰੱਬ ਤੋਂ ਵੀ ਨਹੀਂ। ਕਹਿੰਦੇ ਰੱਬ ਤੋਂ ਵੀ ਨਹੀਂ। ਰੱਬ ਤੋਂ ਕਦੇ ਡਰਨਾ? ਕਹਿੰਦੇ ਵੀ ਤੂੰ ਰੱਬ ਤੋਂ ਵੀ ਨਹੀਂ ਡਰਦਾ? ਕਹਿੰਦਾ ਰੱਬ ਦਾ ਕਦੇ ਡਰਨਾ? ਰੱਬ ਕਿਹੜਾ ਕਦੇ ਮੇਰਾ ਬੁਰਾ ਕਰਦਾ? ਉਹਦੇ ਤੋਂ ਮੈਂ ਤਾਂ ਡਰਾਂ ਜੋ ਮੇਰਾ ਕੋਈ ਬੁਰਾ ਕਰਦਾ ਹੋਵੇ।
ਤੇ ਮੈਂ ਰੱਬ ਦਾ ਕੀ ਵਿਗਾੜ ਸਕਦਾ? ਕਹਿੰਦੇ ਇੱਕ ਬੰਦਾ ਜਿਹੜੇ ਤੂੰ ਡਰਦਾ ਉਹ ਕੌਣ ਹੈ? ਕਹਿੰਦੇ ਉਹ ਤੋਂ ਡਰਦਾ ਜਿਹੜਾ ਮੈਥੋਂ ਡਰਦਾ ਹੈ। ਕਹਿੰਦੇ ਵੀ ਜਿਹੜਾ ਤੇਥੋਂ ਡਰਦਾ ਤੂੰ ਉਹਦੇ ਕੋਲੋਂ ਕਿਉਂ ਡਰਦਾ? ਕਹਿੰਦੇ ਜਿਹੜਾ ਮੈਥੋਂ ਡਰਦਾ ਹੈ ਉਸੇ ਦੇ ਮਨ ਵਿੱਚ ਹੀ ਸਕੀਮ ਬਣਨੀ ਹੈ ਵੀ ਮੈਂ ਇਹਨੂੰ ਮਾਰ ਦਿਆਂ ਤਾਂ ਕਿ ਮੇਰਾ ਡਰ ਖਤਮ ਹੋਵੇ। ਜਿਹੜਾ ਮੈਥੋਂ ਨਹੀਂ ਡਰਦਾ ਮੈਨੂੰ ਉਹਦਾ ਵੀ ਕੋਈ ਡਰ ਨਹੀਂ, ਉਹਦਾ ਵਾਸਤਾ ਹੀ ਕੋਈ ਨਹੀਂ ਮੇਰੇ ਨਾਲ। ਯਕੀਨ ਕਰਕੇ ਜਾਣੇ ਹੋ ਬੈਰੀ ਮੀਤ ਤਾਂ ਕਰਨੇ ਨੇ ਹਰ ਇੱਕ ਸੋਕ ਜਾ ਕੇ ਨਹੀਂ, ਬੈਰੀ ਮੀਤ ਸਮਾਨ ਇਹ ਗੁਰੂ ਦੇ ਗਿਆਨ ਨੇ ਕਰਨੇ ਨੇ। ਜਦੋਂ ਗੁਰੂ ਦਾ ਗਿਆਨ ਆ ਗਿਆ ਉਦੋਂ ਡਰ ਹੀ ਕੋਈ ਨਹੀਂ ਰਹਿਣਾ, ਜੀਵਨ ਵਿੱਚ ਕੋਈ ਡਰ ਨਹੀਂ ਰਹਿਣਾ। ਸਿਕੰਦਰ, ਅਕਸਰ ਮੈਂ ਉਹਦੀ ਬਾਤ ਪਾਉਣਾ, ਸਿਕੰਦਰ ਚੜ੍ਹਦੀ ਉਮਰ ਦਾ ਸੀ ਕਿਉਂਕਿ 32 ਸਾਲਾਂ 'ਚ ਤਾਂ ਉਹਦਾ ਅੰਤ ਹੋ ਗਿਆ। ਜਦੋਂ ਹਿੰਦੁਸਤਾਨ ਆਇਆ ਤੇ ਉਹਦੇ ਆਉਂਦਿਆਂ ਇੱਕ ਫਕੀਰ ਦਾ ਮਿਲਾਪ ਹੋਇਆ। ਹੁਣ ਸਿਕੰਦਰ ਦੁਨੀਆ ਦਾ ਜੇਤੂ ਸੀ, ਰਾਜੇ ਮਹਾਰਾਜੇ ਜਦੋਂ ਪੈਰ ਰੱਖਦਾ ਸੀ ਨਜ਼ਰਾਨੇ ਲੈ ਕੇ ਉਹਦੇ ਕੋਲ ਆ ਜਾਂਦੇ ਸਨ। ਬੜੇ ਨਜ਼ਰਾਨੇ ਲੈ ਕੇ ਕੋਲ ਆ ਜਾਂਦੇ, ਅਸੀਂ ਤੇਰੀ ਇਹਨੂੰ ਕਬੂਲ ਕਰਦੇ, ਲੜ ਸਾਡੇ ਨਾਲ। ਇਹ ਗੱਲ ਵੱਖਰੀ ਹੈ ਵੀ ਸਿਕੰਦਰ ਨੇ ਕਦੇ ਕਿਸੇ ਨਾਲ ਬਹੁਤਾ ਬੁਰਾ ਵਿਹਾਰ ਨਹੀਂ ਕੀਤਾ, ਇੱਕ ਵੱਖਰਾ ਪੱਖ ਹੈ। ਤੇ ਇੱਕ ਫਕੀਰ ਬੈਠਾ ਆਪਣੀ ਮੌਜ ਵਿੱਚ, ਆਨੰਦ ਵਿੱਚ, ਤੇ ਉਹ ਸਿਕੰਦਰ ਬੜਾ ਹੈਰਾਨ ਹੋਇਆ ਵੀ ਮੇਰੀਆਂ ਇੰਨੀਆਂ ਫੌਜਾਂ ਦੇ ਕੋਲ ਦੀ ਲੰਘੀਆਂ, ਜੇ ਇੱਕ ਅੱਧਾ ਬੰਦਾ ਹੋਵੇ ਤੇ ਗੱਲ ਵੱਖਰੀ, ਇਹਨੂੰ ਪਤਾ ਨਹੀਂ ਲੱਗਿਆ ਵੀ ਸਿਕੰਦਰ ਜਾ ਰਿਹਾ। ਮੇਰੇ ਕੋਲ ਤਾਂ ਰਾਜੇ ਮਹਾਰਾਜੇ ਆ ਕੇ ਭੈ ਮੰਨਦੇ ਨੇ। ਸਿਕੰਦਰ ਨੇ ਆਵਾਜ਼ ਮਾਰੀ, ਕੋਲ ਜਾ ਕੇ ਕਹਿਣ ਲੱਗਿਆ, ਉਹ ਫਕੀਰਾ ਤੈਨੂੰ ਪਤਾ ਨਹੀਂ ਵੀ ਕੌਣ ਜਾ ਰਹੀ ਹੈ? ਹੁਣ ਜਿਹੜੇ ਧਰਮੀ ਲੋਕ ਹੁੰਦੇ ਨੇ ਉਹਨੇ ਭੈ ਹੁੰਦੇ ਨੇ। ਅਸਲ ਵਿੱਚ ਰੱਬ ਦੀ ਬੰਦਗੀ ਦਾ ਗੁਣ ਹੀ ਹੈ ਜੇ ਹਜੇ ਤੱਕ ਡਰੇ ਜੀਵਨ ਵਿੱਚ ਤਾਂ ਸੱਚ ਕਰਕੇ ਜਾਣੇ ਮੇਰਾ ਮਾਲਕ ਨਾਲ ਰਿਸ਼ਤਾ ਨਹੀਂ ਬਣਿਆ। ਸਿਕੰਦਰ ਕਹਿਣ ਲੱਗਾ, ਤੈਨੂੰ ਪਤਾ ਨਹੀਂ ਮੈਂ ਕੌਣ ਜਾ ਰਹੀ ਹਾਂ? ਕਹਿਣ ਲੱਗੀ, ਮੈਨੂੰ ਲੋੜ ਹੀ ਨਹੀਂ ਪਤਾ ਕਰਨ ਦੀ ਤੂੰ ਕੌਣ ਜਾ ਰਹੀ। ਉਹ ਬੜਾ ਹੈਰਾਨ ਹੋਇਆ। ਹੁਣ ਜਦ ਸਵਾਲ ਅੱਗੇ ਹੋਣਾ ਨਾ ਤੁਰੇ ਚ ਬੰਦਾ ਬਹੁਤਾ ਪਰੇਸ਼ਾਨ ਹੁੰਦਾ। ਕਹਿਣ ਲੱਗੇ, ਜੇ ਤੈਨੂੰ ਲੋੜ ਨਹੀਂ ਮੈਂ ਦੱਸ ਦਿੰਦਾ ਵੀ ਮੈਂ ਸਿਕੰਦਰ ਬਾਦਸ਼ਾਹ। ਕਹਿਣ ਲੱਗੇ ਹੋਏਗਾ। ਉਹ ਫਿਰ ਬੜਾ ਹੈਰਾਨ ਦੀ ਗੱਲ ਤੇ ਅੱਗੇ ਤੁਰ ਨਹੀਂ ਰਹੀ। ਕਹਿਣ ਲੱਗੇ, ਤੈਨੂੰ ਪੁੱਛੇਗਾ ਨਹੀਂ ਕਿ ਇੰਨੀ ਫੌਜ ਲੈ ਕੇ ਕਿੱਥੇ ਚੱਲੇ ਆ? ਕਹਿਣ ਲੱਗੇ, ਮੈਨੂੰ ਇਹਦੀ ਵੀ ਲੋੜ ਨਹੀਂ। ਕਹਿੰਦੇ ਚੱਲ ਮੈਂ ਦੱਸ ਦਿੰਦਾ। ਕਹਿੰਦੇ ਤੂੰ ਦੱਸ ਦੇ। ਉਹ ਕਹਿਣ ਲੱਗੇ, ਮੈਂ ਹਿੰਦੁਸਤਾਨ ਨੂੰ ਲੁੱਟਣ ਚੱਲੇ ਆ। ਹੁਣ ਫਕੀਰ ਖਿੜਖੜਾ ਕੇ ਹੱਸ ਪਿਆ। ਕਹਿੰਦਾ ਮੈਂ ਭਾਰਤ ਨੂੰ ਲੁੱਟਣ ਚੱਲੇ, ਹੁਣ ਖਿੜਖੜਾ ਕੇ ਹੱਸ ਪਿਆ। ਕਹਿਣ ਲੱਗੇ, ਹੱਸਦਾ ਕਿਉਂ ਹੈ? ਕਹਿਣ ਲੱਗੇ, ਤੇਰੇ ਕੋਲ ਨਹੀਂ ਲੁੱਟਿਆ ਜਾਣਾ। ਕਹਿਣ ਲੱਗੇ, ਵਾਹ ਹੋਏ ਭਲਿਆ, ਮੈਂ ਇਹੀ ਗੱਲ ਦੇਖਣੀ ਚਾਹੁੰਦਾ ਸੀ। ਰੇਤ ਦੀਆਂ ਢੇਰੀਆਂ ਨਾਲ ਢੋ ਲਾ ਕੇ ਆਲਸੀ ਬੰਦਿਆਂ ਨੂੰ ਕੀ ਪਤਾ ਦੁਨੀਆ ਕਿਵੇਂ ਲੁੱਟੀ ਜਾਂਦੀ ਹੈ। ਮੈਂ ਲੁੱਟਣ ਚੱਲਿਆ, ਮੈਂ ਇੰਨੇ ਦੁਨੀਆ ਨੂੰ ਲੁੱਟ ਲਿਆ, ਤੂੰ ਕਿਵੇਂ ਕਹਿੰਦਾ ਮੈਂ ਨਹੀਂ ਲੁੱਟ ਸਕਾਂਗਾ? ਦੇਖ ਮੇਰੀ ਫੌਜ ਵੱਲ, ਮੇਰੇ ਬਹਾਦਰਾਂ ਵੱਲ ਵੇਖ। ਉਹਨੇ ਇੱਕੋ ਗੱਲ ਕਹੀ ਸੀ। ਕਹਿਣ ਲੱਗੇ, ਕੀ ਲੁੱਟ ਕੇ ਲੈ ਕੇ ਜਾਏਗਾ? ਧਨ। 4 ਮਜਬੂਰ ਲੜਕੀਆਂ ਨੂੰ ਬੰਨ ਲੈ ਜਾਏਗਾ, ਕੀ ਕਰਨਾ? ਇਹ ਕੋਈ ਲੁੱਟ ਥੋੜਾ। ਜੇ ਤੂੰ ਲੁੱਟਣਾ ਹੀ ਹੈ ਨਾ, ਹਿੰਦੁਸਤਾਨ ਦੀ ਧਰਤੀ ਪੀਰਾਂ ਫਕੀਰਾਂ ਦੀ ਧਰਤੀ ਹੈ, ਕਿਸੇ ਫਕੀਰ ਨੂੰ ਲੁੱਟ ਕੇ ਲੈ ਕੇ ਜਾਏ। ਸਿਕੰਦਰ ਨੇ ਸਾਰੇ ਲੁੱਟ ਮਚਾ ਲਈ, ਜੋ ਕੁਛ ਕਰਨਾ ਸੀ ਕਰਿਆ। ਤੇ ਜਾਂਦੇ ਉਹਨੂੰ ਚੇਤਾ ਆ ਗਿਆ ਵੀ ਇੱਕ ਫਕੀਰ ਲੈ ਕੇ ਜਾਣਾ। ਉਹਨੇ ਆਪਣੇ ਬੰਦਿਆਂ ਨੂੰ ਭੇਜਿਆ, ਕਹਿਣ ਲੱਗੇ, ਇੱਕ ਫਕੀਰ ਲੈ ਕੇ ਆਓ। ਇੱਕ ਦਿਨ ਲੰਘ ਗਿਆ, 2 ਦਿਨ ਲੰਘ ਗਏ, ਖਾਲੀ ਮੁੜਾਉਣ ਰੋਜ਼। ਸਿਕੰਦਰ ਬੜਾ ਹੈਰਾਨ ਹੋਇਆ। ਕਹਿੰਦੇ ਵੀ ਤੁਹਾਡੇ ਕੋਲ ਇੱਕ ਫਕੀਰ ਨਹੀਂ ਆਉਂਦਾ? ਕਹਿੰਦੇ ਮੁਸ਼ਕਲ ਤੇ ਜਿਹੜਾ ਫਕੀਰ ਉਹ ਆਉਂਦਾ ਨਹੀਂ, ਜਿਹੜਾ ਆਉਂਦਾ ਉਹ ਫਕੀਰ ਨਹੀਂ। ਉਹ ਕਹਿਣ ਲੱਗੇ, ਜਿਹੜਾ ਫਕੀਰ ਹੈ ਆਉਂਦਾ ਨਹੀਂ, ਤੁਸੀਂ ਮੈਨੂੰ ਉਹਦੇ ਕੋਲ ਲੈ ਚਲੋ। ਉਹਦੇ ਕੋਲ ਗਏ ਤੇ ਉੱਠ ਕੇ ਕਹਿਣ ਲੱਗੇ, ਫਕੀਰਾ ਤੈਨੂੰ ਮੇਰੇ ਨਾਲ ਜਾਣਾ ਪਏਗਾ। ਕਹਿੰਦੇ ਮੈਂ ਨਹੀਂ ਜਾਣਾ। ਕਹਿਣ ਲੱਗੇ, ਪਤਾ ਤੈਨੂੰ ਤੂੰ ਕਿਹਨੂੰ ਜਵਾਬ ਦੇ ਰਿਹਾ? ਕਹਿਣ ਲੱਗੇ, ਮੈਨੂੰ ਲੋੜ ਹੀ ਨਹੀਂ ਜਾਣ ਦੀ। ਉਹਨੇ ਆਪਣੀ ਕੱਢੀ ਤਲਵਾਰ। ਕਹਿਣ ਲੱਗਿਆ, ਮੇਰੀ ਤਲਵਾਰ ਨੇ ਲੱਖਾਂ ਲੋਕਾਂ ਦੇ ਉੱਤੇ ਫਤਿਹ ਪਾਈ ਹੈ। ਕਹਿਣ ਲੱਗੇ, ਪਾ ਸਕਦਾ ਹੈ, ਤਲਵਾਰ ਹੀ ਚਲਾ ਸਕਦਾ, ਮੇਰੀ ਗੱਲ ਤੋਂ ਹਾਜ਼ਰ ਚਲਾ ਲੈ, ਪਰ ਤੂੰ ਲਿਜਾ ਨਹੀਂ ਸਕਦਾ। ਗਰਦਨ ਹੀ ਵੱਖਰੀ ਕਰ ਸਕਦਾ, ਕਰ ਲੈ, ਪਰ ਤੂੰ ਲਿਜਾ ਨਹੀਂ ਸਕਦਾ। ਸਿਕੰਦਰ ਇੱਕੋ ਹੀ ਜਗ੍ਹਾ ਐਸੀ ਰਹਿ ਗਈ ਸੀ ਜਿੱਥੇ ਉਹਨੇ ਕਬੂਲ ਕੀਤਾ ਵੀ ਮੈਂ ਤੈਨੂੰ ਲਿਜਾ ਨਹੀਂ ਸਕਦਾ, ਮੈਂ ਨਹੀਂ ਫਕੀਰ ਲਿਜਾ ਸਕਦਾ। ਜਿਹੜਾ ਡਰਦਾ ਉਹ ਫਕੀਰ ਨਹੀਂ, ਜਿਹੜਾ ਫਕੀਰ ਉਹ ਡਰਦਾ ਨਹੀਂ। ਮੈਂ ਕੀ ਕਰਾਂ, ਮੌਤ ਦਾ ਹੀ ਡਰ ਦੇ ਸਕਦਾ, ਉਹਨੂੰ ਮੌਤ ਦਾ ਕੋਈ ਡਰ ਨਹੀਂ।
गुरु तेग बहादुर साहब के श्लोकों च बड़ी क्रांति है। मैं बेनती करा, कितना सुखी जीवन होगा उस मनुख का जिहड़ा ना किसी को डराउंदा है ते ना किसी को डरदा है। कितना सुखी जीवन होगा उस मनुख का। आ है साडी जिंदगी, ये है सतगुरां दे वचनां दी गल। गुरु गोबिंद सिंह साहब सच्चे पातशाह सिर्फ 6 सालों के सन जिस दिन मां गुजर कौर को पहला उलम आया, कह लगी तेरा पुत नवाब की पालकी लंघी ते बच्चियां नूं भी रोकदा सी, सलाम नहीं सी करदा। इनू समझा मनिया तेरे घर बड़े चिरां बाद औलाद हुई है, लाडला होवेगा, इनू सिक्ख्या दे, इनू पता होवे भी नमस्कार किवें करनी है। कहने लगी नमस्कार करनी सिखाई है, ताही तो नवाबां नूं नहीं करदा, ताही नवाबां नूं नहीं करदा ये नमस्कार। इनू पता है बंदना हर बंदना गुण गावो गोपाल राय, रब दे गुण गाउने ही रब नूं नमस्कार करनी, नवाबां नूं नमस्कार करने की लोड़ नहीं पैंदी। 6 साल का बापू नवाब को नमस्कार नहीं कर रहा, उहदा 7 साल का बच्चा फतेहगढ़ की धरती उत्ते नवाब वजीर खान नमस्कार नहीं कर रहा। वो भी फतेह बना रहा, कहना मेरा बापू जिहो जिहा मैं, जिहो जिहा मेरा दादा उहो जिहा मैं। तुसीं कदे विचार के देखियो, बड़ा तो चलो हो सकता ना डरे, बच्चा तो डर जाता है ना। सतगुरां बच्चियां दी कहानियां दसियां ने कि जे कदे प्रहलाद नूं देखी, प्रहलाद कोठे विच रखिया, बाहर दिया ताला, निर्भव बालक मूल न डरी, मेरे अंतर गुण गोपाला। डॉक्टर गंडा सिंह ने किताब लिखी कुकियां की गाथा, याद रखियो जी, कुकियां की गाथा। उहदे च जिक्र किया भी उस वेले का गोरा कावन उहदा नाम है, कक्के नूं कहना बावन ना, कावन उहदा नाम है। ते ओह कावन जिहड़ा ना ओह उस वेले उन्हां कुकियां नूं, उन्हां नामधारियां नूं तोपां नाल उड़ाउण लग्गिया। ते एक छोटी जी उम्र के बच्चे ने भज के जाके ते उहदी दाढ़ी पकड़ ली, उहदी संघी पकड़ ली, उहदा गल पकड़ लिया। जिन्ना चिर उहनूं टोटे टोटे नहीं कर दिता, गुरु के सिख ने उहदी गर्दन न छड्डी, बिल्कुल नहीं सी डर मन विच। अणगिणत उदाहरणा ने जदों मंसूर नूं सूली चाढ़न लगे, वो अपने दोस्त के घर शिवली के घर रहा सी। शिवली उसका दोस्त सी, उन्होंने हुक्म होया सी कि पत्थर मारने ने। शिवली डर गया भी किते ना होवे लोकां दी नज़रां मेरे वाल भी दोस्त है, जे मैं कुछ ना मारिया तो लोकां दी नज़रां मैनूं दोषी समझणगियां। उन्हें एक फुल तोड़िया ते फुल भगा के मारिया भी लोगों को लगे इन्हें पत्थर बजते हैं, उस की पता लगना भी जब फुल बजे तो उदों लोगों को लगे भी इन्हें भी कुछ मारे। याद रखियो जो मंसूर लोगों ने पत्थर खा के खिड़खड़ा के हस रहा सी ना, जदों शिवली का फुल बजे तां मार के रो उठिया, कारी फुल नहीं जा, नाजुक फुल ने जा कारी चोट मारी, तां मार मंसूर यूं कहन लगा पत्थर 2-4 तो भी मार लेंदो, अर्शी कंगरा कदों सी ढहन लगा। इन्हां पत्थरों की मार तो कुछ भी नहीं, मैं तो सूलियां दे दुखड़े सहन लगा। इन्हां पत्थरों के दाग लथ जाने पर तेरे फुल का दाग नहीं हो लैन लगा। तू मेरा होके डर गया, हाँ खुदों तू मेरा होके डर गया, निक्की जी गल तो डर गया। सतगुरु ने कैसे बचन बख्शिश किए ने। और अज अपने को वक्त नहीं थे, जदों भी किसी दिन कोई खुली गल चली, कोई वक्त बने सच करके जाने। डॉक्टर फौजा सिंह ने किताब लिखी है सरमद दियां रुबाइयां, बहुत वधिया पढ़ने वाली किताबां ने। ते उहदे च जिक्र किया होया भी संसार में जितने भी आलम लोग होए ने, पीर पैगंबर होए ने, उन्होंने चेलियां नूं भी सजावां मिलियां, पर बहुतात चेलियां की गिनती हो जिहड़े आखिरी वेले अपने पैगंबर तो मनुक्कर हो गए। सिर्फ एक चांदनी चौक है, सिखा मान करी सिर्फ एक चांदनी चौक है। ईसाई धर्म के भी, इस्लाम धर्म के भी, सारे धर्मों के सरमत फकीर के नाम के भी चेले जिहड़े सन आखिरी वेले मनुक्कर हो गए, साडे नाल कोई संबंध नहीं।
मती दास नूं कह कह के थक गए, तू एक बारी कहने मैं सिख नहीं। वो आगे ना चीरिया गया पर उन्हें नहीं किया, इतिहास बदल के रख दिता। ये केवल सिक्खी विच है, बाकी नहीं। सती दास भाई दयाला कोई भै नहीं जिन्ना चिर गुरु को है। भै काहू को दीत ने, जेड़ा किसी ने डर देंदा है ना, याद रखियो डर सहंदा भी होएगा किसी का। जेड़ा किसी का डर सहंदा नहीं है वो किसी को देंदा भी नहीं है डर, वो डर देंदा भी नहीं है। जलाल आया गुरु तेग बहादुर साहब जी के कोल आके कहने लगा, बाबा मैं तेन कुछ अपनी गल दस देनी चाहना कि मन च पछतावा ना रह जाए। सर कहने दसो। कह लगे एक कर चेता रखी, मेरी जी बांह है ना, जलाल कहने मेरी जी बांह है ना, ये तलवार चलाउंदियां थिड़कदी नहीं है। काजी भी बोलिया, कहने लगे मेरी जुबान जदों मैं मौत का फतवा देना उदों थिड़कदी नहीं है। काजी कहना मेरी जुबान नहीं थिड़कदी, जलाल कहता मेरी बांह नहीं थिड़कदी। गुरु तेग बहादुर साहब हस पे, तेरा शुक्र दातिया किहो जे खानदानी लोगों को मिलाया। जे तेरी बांह नहीं थिड़कदी तलवार चलाउंदियां, जे तेरी जुबान नहीं थिड़कदी तो मौत का फतवा देंदियां, चेता रखियो मैं भी शहीदां दे खानदान विचों, मेरी भी गर्दन नहीं थिड़केगी, मेरा भी सिदक नहीं थिड़केगा। जिन्ना जी करदा तू उन्ना कहर करके देख ले, सच करके जानियो। चांदनी चौक ये दस दो दुनिया, अज तक मेरा नां चांदनी चौक सी पर हनेरी वरतिया होया सी। जिस दिन दी गुरु तेग बहादुर साहब की शहादत हुई है, चांदनी चौक भी चकमक चकमक कर रहा, पूरी चांदनी कदे खत्म नहीं होगी। पै काहू को दीत ने, नह पैमानत आन। मना निक्किया निक्किया गल्लां तो क्यों डरी जाए, भरोसा तो करके देख मन ते। पै काहू को दीत ने, नह पैमानत आन, कहो नानक। हुण अगली गल क्यों सुनानी है? धर्म की दुनिया च जिहड़ा सब तो वध गैर हाज़र रहिंदा उहनूं सुनानी। कहो नानक सुन रे मना, मना ये गल सुन। वो कथा करने वाले है गल तू सुन, तू सुनो मना, तू सुन। क्यों लोगों के भै विच जिउना है? कहो नानक सुन रे मना, ज्ञानी ताहे बखान। आ ज्ञानी नहीं होता जिहड़ा गल च परना पा के आ गया, झूठियां सच्चियां अरदासां करी जाने, झूठियां सच्चियां एवें लोगों दीयां गल्लां करी जाने। मना उन्होंने चेते रख, उस मालिक को चेते रख। ये नहीं ज्ञानी होता जिहड़ा निड़ियां कथा कहानियां करके सुनाता है। ज्ञानी वो है ज्ञानवान जिस दिन तेनों भरोसा हो गया भाई मेरा मालिक मैनू बचाएगा, मेरा मालिक मेरा स्वामी है, मेरा मालिक मेरा बादशाह है। नानक सच्चा बादशाह, वो सच्चा बादशाह जिहड़ा वो कभी किसी को विकदा नहीं। मैनू उहदा भरोसा चाहिए। ओ मना तू अज सुन, बार बार सुन। कहो नानक सुन रे मना, ज्ञानी ताहे बखान। साडे वर्गियां नूं कोई ज्ञानी नानक होवे ते बड़ा तरस जांदा मन। गुरु तेग बहादुर साहब कहंदे मैं नहीं कहंदा तैनूं ज्ञानी। ज्ञानी तां होएगा उस दिन ज्ञानी बनेगा मना जिस दिन गुरु ते तेनों यकीन बन गया, भरोसा बन गया। ना तो किसी को डरावी, ना किसी को डरी। इन्नियां बेनतियां कबूल, भुलां दी खिमा प्यार नाल आखो जी। वाहिगुरू जी का खालसा।